गल है 4 नवंबर 2019 की। ਤੀਜੇ RCEP ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਕਿ ਭਾਰਤ RCEP ਤੋਂ ਪਿੱਛੇ ਹਟ ਰਿਹਾ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਆਤਮਾ ਇਸ ਗੱਲ ਦੀ ਗਵਾਹੀ ਨਹੀਂ ਦੇ ਰਹੀ ਹੈ ਕਿ ਭਾਰਤ RCEP ਦਾ ਹਿੱਸਾ ਨਹੀਂ ਹੈ। ਇਸ ਘੋਸ਼ਣਾ ਤੋਂ ਬਾਅਦ ਸਿਰਫ RCEP ਮੈਂਬਰ ਦੇਸ਼ ਹੀ ਨਹੀਂ ਪੂਰੀ ਦੁਨੀਆ ਹੈਰਾਨ ਹੋ ਗਈ ਸੀ, ਪਰ ਅਗਲੇ 5 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇਹ ਸਪਸ਼ਟ ਹੋ ਗਿਆ ਕਿ ਇਹ ਸਮਝੌਤਾ ਕੁਝ ਦੇਸ਼ਾਂ ਖਾਸ ਕਰਕੇ ਚੀਨ ਨੂੰ ਛੱਡ ਕੇ ਲਗਭਗ ਸਾਰੇ ਦੇਸ਼ਾਂ ਲਈ ਵਿਨਾਸ਼ ਸਾਬਤ ਹੋ ਸਕਦਾ ਸੀ। ਖਾਸ ਤੌਰ ਤੇ ਇਸ ਸਮਝੌਤੇ ਦਾ ਸਾਡੇ ਡੇਅਰੀ ਅਤੇ ਖੇਤੀਬਾੜੀ ਤੇ ਹੀ ਨਹੀਂ ਬਲਕਿ ਸਾਰੇ ਉਦਯੋਗਾਂ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਣ ਵਾਲਾ ਸੀ। ਸਹੀ ਸਮੇਂ ਤੇ ਸਹੀ ਫੈਸਲਾ ਲੈ ਕੇ ਭਾਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਬਾਹੀ ਤੋਂ ਬਚਾਇਆ ਗਿਆ। ਸਵਾਲ ਹੁਣ ਇਹ ਵੀ ਹੈ ਕਿ ਆਖਿਰ ਇਹ RCEP ਹੈ ਕਿ ਇਹ ਭਾਰਤ ਲਈ ਇੱਕ ਖਤਰਾ ਕਿਵੇਂ ਹੈ ਤੇ ਇਸ ਵਿੱਚ ਚੀਨ ਦੀ ਭੂਮਿਕਾ ਕੀ ਹੈ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਬੜੀ ਹੀ ਆਸਾਨ ਭਾਸ਼ਾ 'ਚ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੇਣ ਦੀ ਕੋਸ਼ਿਸ਼ ਕਰਾਂਗੇ। India conveyed its decision at this summit not to join the RCEP agreement. This reflects both our assessment of the current global situation as well as of the fairness and balance of the agreement. नमस्ते, सत श्री अकाल। तुसीं देख रहे हो रितम पंजाबी। मैं हाँ शिवानी अरोड़ा। हाल ही च RCEP ਨੂੰ ਲੈ ਕੇ ਕਾਮਰਸ ਮਿਨਿਸਟਰ ਪੀਯੂਸ਼ ਗੋਇਲ ਦਾ ਲਗਭਗ 5 ਸਾਲਾਂ ਬਾਅਦ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ RCEP ਸਾਡੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ। RCEP ਸਾਡੇ ਛੋਟੇ ਅਤੇ ਮਾਈਕਰੋ ਮੀਡੀਅਮ ਉਦਯੋਗਾਂ ਅਤੇ ਸੈਕਟਰ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਨਹੀਂ ਸੀ ਅਤੇ ਕਿਸੇ ਰੂਪ ਵਿੱਚ ਚੀਨ ਨਾਲ ਇੱਕ ਮੁਕਤ ਵਪਾਰ ਸਮਝੌਤਾ ਤੋਂ ਇਲਾਵਾ ਇਹ ਕੁਝ ਵੀ ਨਹੀਂ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ RCEP ਹੈ ਕਿ ਤੇ ਇਸ ਦਾ ਪੂਰਾ ਮਾਮਲਾ ਕੀ ਹੈ। ਤੁਹਾਨੂੰ ਸਭ ਸਮਝਾਉਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ RCEP ਬਾਰੇ। RCEP ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ 10 ਏਸ਼ੀਆਈ ਮੈਂਬਰ ਦੇਸ਼ਾਂ ਵਿਚਕਾਰ ਇੱਕ ਮੁਕਤ ਵਪਾਰ ਸਮਝੌਤਾ ਹੈ। RCEP ਵਿੱਚ ਕੁੱਲ 20 ਅਧਿਆਇ ਸ਼ਾਮਿਲ ਹਨ, ਜਿਸ ਵਿੱਚ ਵਸਤੂਆਂ ਦਾ ਵਪਾਰ, ਸੇਵਾਵਾਂ ਵਿੱਚ ਵਪਾਰ, ਨਿਵੇਸ਼, ਈ-ਕਾਮਰਸ, ਸਰਕਾਰੀ ਖਰੀਦ ਅਤੇ ਵਿਵਾਦ ਨਿਪਟਾਰੇ ਵਰਗੇ ਖੇਤਰ ਸ਼ਾਮਿਲ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਭਾਰਤ ਨੂੰ ਸਮਝੌਤੇ ਵਿੱਚ ਸ਼ਾਮਿਲ ਹੋਣ ਲਈ ਮਨਾਉਣ ਦੀਆਂ ਸਾਰੀ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਉਸ ਕਾਨਫਰੰਸ ਵਿੱਚ ਨਹੀਂ ਪਰ ਨਵੰਬਰ 2020 ਵਿੱਚ ਅਗਲੀ ਕਾਨਫਰੰਸ ਵਿੱਚ ਬਾਕੀ ਦੇਸ਼ਾਂ ਨੇ RCEP ਸਮਝੌਤੇ ਉੱਤੇ ਦਸਤਖਤ ਕਰ ਦਿੱਤੇ। ਦੱਸਣਯੋਗ ਹੈ ਕਿ ਭਾਰਤ ਨੇ ਇਸ ਸਮਝੌਤੇ ਤੋਂ ਪਿੱਛੇ ਹਟਣ ਦੇ ਬਾਵਜੂਦ RCEP ਸਮੂਹ ਵਿਸ਼ਵ ਦੀ ਕੁੱਲ ਘਰੇਲੂ ਪੈਦਾਵਾਰ ਦਾ ਸਿਰਫ 30% ਅਤੇ ਆਬਾਦੀ ਦਾ 30% ਹਿੱਸਾ ਹੀ ਪੇਸ਼ ਕਰਦਾ ਹੈ। ਉਸ ਤੋਂ ਬਾਅਦ ਵੀ ਭਾਰਤ ਨੂੰ ਇਸ ਵੇਲੇ ਵੀ ਇਸ ਗਰੁੱਪ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਵਿੱਚ ਵਿਸ਼ਵ ਬੈਂਕ ਨੇ ਹਾਲ ਹੀ ਵਿੱਚ ਕਿਹਾ ਕਿ ਭਾਰਤ ਨੂੰ RCEP ਵਿੱਚ ਸ਼ਾਮਿਲ ਹੋਣ ਬਾਰੇ ਸੋਚਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਵਿੱਚ ਇੱਕ ਵਾਰ ਫੇਰ ਤੋਂ ਬਹਿਸ ਸ਼ੁਰੂ ਹੋ ਗਈ ਹੈ ਕਿ ਸਾਨੂੰ ਦੁਬਾਰਾ RCEP ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਜਾਂ ਨਹੀਂ। ਇਸ ਨਾਲ ਭਾਰਤ ਵਿੱਚ ਵਿਸ਼ਵ ਬੈਂਕ ਪੱਖੀ ਅਰਥਸ਼ਾਸਤਰੀਆਂ ਨੂੰ ਖੁਸ਼ੀ ਹੋਈ ਹੋਵੇਗੀ, ਪਰ ਪਿਛਲੇ ਕੁਝ ਸਾਲਾਂ ਦੇ ਵਪਾਰਕ ਅੰਕੜੇ ਇੱਕ ਵੱਖਰੀ ਹੀ ਕਹਾਣੀ ਕਹਿ ਰਹੇ ਹਨ। ਦਰਅਸਲ ਇਸ ਦੀ ਅਸਲੀਅਤ ਇਹ ਹੈ ਕਿ RCEP ਵਿੱਚ ਸ਼ਾਮਿਲ ਨਾ ਹੋਣ ਦੇ ਬਾਵਜੂਦ ਭਾਰਤ ਅਜੇ ਵੀ ਚੀਨ ਤੋਂ ਵੱਡੀ ਮਾਤਰਾ ਵਿੱਚ ਸਮਾਨ ਦਾ ਆਯਾਤ ਕਰ ਰਿਹਾ ਹੈ। 2020 ਤੋਂ ਚੀਨ ਤੋਂ ਭਾਰਤ ਦੇ ਨਿਰਯਾਤ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਚੀਨ ਤੋਂ ਭਾਰਤ ਦਾ ਆਯਾਤ 2020-21 ਵਿੱਚ $65.2 ਬਿਲੀਅਨ ਤੋਂ ਵੱਧ ਕੇ 2023-24 ਤੱਕ $101.7 ਬਿਲੀਅਨ ਹੋ ਗਿਆ ਹੈ। ਦੂਜੇ ਪਾਸੇ ਭਾਰਤ ਆਮ ਤੌਰ ਤੇ ਚੀਨ ਨੂੰ ਸਿਰਫ ਕੀਮਤੀ ਮਿਨਰਲਸ ਅਤੇ ਕੱਚਾ ਮਾਲ ਹੀ ਨਿਰਯਾਤ ਕਰਦਾ ਰਿਹਾ ਹੈ, ਜੋ ਕਿ ਜ਼ਿਆਦਾਤਰ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਭਾਰਤ ਤੋਂ ਚੀਨ ਨੂੰ ਨਿਰਯਾਤ ਘਟਣ ਕਾਰਨ ਚੀਨ ਨਾਲ ਭਾਰਤ ਦਾ ਵਪਾਰ ਘਾਟਾ ਸਾਲ 2020-21 ਵਿੱਚ 44 ਅਰਬ ਅਮਰੀਕੀ ਡਾਲਰ ਤੋਂ ਵੱਧ ਕੇ ਸਾਲ 2023-24 ਵਿੱਚ 85.1 ਅਰਬ ਅਮਰੀਕੀ ਡਾਲਰ ਹੋ ਗਿਆ ਸੀ। ਚੀਨ ਤੋਂ ਵੱਧਦੀ ਟ੍ਰੇਡ ਆਤਮ ਨਿਰਭਰਤਾ ਲਈ ਭਾਰਤ ਦੇ ਸੰਕਲਪ ਲਈ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਇਹ ਸਮਝਿਆ ਜਾ ਸਕਦਾ ਹੈ ਕਿ 2020 ਤੋਂ ਬਾਅਦ ਭਾਰਤ ਨੇ ਤੇਜ਼ੀ ਨਾਲ ਆਰਥਿਕ ਵਿਕਾਸ ਦਾ ਅਨੁਭਵ ਕੀਤਾ ਹੈ, ਜਿਸ ਕਾਰਨ ਉਦਯੋਗਾਂ ਵਿੱਚ ਸਪੇਅਰ ਪਾਰਟਸ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਚੀਨ ਵੱਲੋਂ ਭਾਰਤ ਵਿੱਚ 75% ਦਰਾਮਦ ਮਸ਼ੀਨਰੀ, ਬਲਕ, ਡਰੱਗਸ, ਕੈਮੀਕਲ ਅਤੇ ਹੋਰ ਤਰ੍ਹਾਂ ਦੇ ਉਪਕਰਣ ਅਤੇ ਸਪੇਅਰ ਪਾਰਟਸ ਹਨ। ਇਹ ਉਹ ਚੀਜ਼ਾਂ ਹਨ ਜੋ ਭਾਰਤ ਵਿੱਚ ਮੁਕਾਬਲੇ ਵਾਲੀਆਂ ਕੀਮਤਾਂ ਤੇ ਉਪਲਬਧ ਨਹੀਂ ਹਨ। ਅਜਿਹੇ 'ਚ ਸਵਾਲ ਇਹ ਵੀ ਉੱਠਦਾ ਹੈ ਕਿ RCEP ਤੋਂ ਬਾਹਰ ਰਹਿ ਕੇ ਚੀਨ ਤੋਂ ਆਯਾਤ ਤੇ ਹੜ ਨੂੰ ਰੋਕਿਆ ਜਾ ਸਕਦਾ ਹੈ ਜਾਂ ਨਹੀਂ।
ਸਵਾਲ ਇਹ ਵੀ ਉੱਠਦਾ ਆ ਰਿਹਾ ਹੈ ਕਿ ਆਰਸੀਈਪੀ ਤੋਂ ਦੂਰੀ ਭਾਰਤ ਦੇ ਸਵੈ ਨਿਰਭਰਤਾ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਵਿੱਚ ਕੋਈ ਲਾਭਦਾਇਕ ਹੈ ਜਾਂ ਨਹੀਂ। ਇਹਨਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ ਕਿ ਮੌਜੂਦਾ ਸਮੇਂ ਵਿੱਚ ਆਰਸੀਈਪੀ ਵਿੱਚ ਸ਼ਾਮਿਲ ਹੋਰ ਦੇਸ਼ਾਂ ਦੀ ਸਥਿਤੀ ਕੀ ਹੈ। ਇਹ ਵੀ ਸਮਝਣਾ ਪਵੇਗਾ ਕਿ ਜੇਕਰ ਭਾਰਤ ਨੇ ਵੀ ਆਰਸੀਈਪੀ ਸਮਝੌਤੇ ਅਨੁਸਾਰ ਇੰਪੋਰਟ ਡਿਊਟੀ ਘਟਾ ਦਿੱਤੀ ਹੁੰਦੀ। ਦਰਅਸਲ ਆਰਸੀਈਪੀ ਸਮਝੌਤੇ ਦੀ ਸ਼ਰਤ ਇਹ ਸੀ ਕਿ ਇਸ ਵਿੱਚ ਸ਼ਾਮਿਲ ਮੁਲਕਾਂ ਨੂੰ 90% ਵਸਤਾਂ ਤੇ ਇੰਪੋਰਟ ਡਿਊਟੀ ਘਟਾ ਕੇ 0 ਤੱਕ ਕਰਨੀ ਪਵੇਗੀ। ਫਿਰ ਚੀਨ ਤੋਂ ਭਾਰਤ ਦੀ ਨਿਰਯਾਤ ਦੀ ਸਥਿਤੀ ਕੀ ਹੋਵੇਗੀ। ਇਸ ਨੂੰ ਸਮਝਣ ਲਈ ਸਾਨੂੰ ਆਰਸੀਈਪੀ ਵਿੱਚ ਸ਼ਾਮਿਲ ਦੂਜੇ ਦੇਸ਼ਾਂ ਦੇ ਆਯਾਤ, ਨਿਰਯਾਤ ਅਤੇ ਵਪਾਰਕ ਸੰਤੁਲਨ ਦਾ ਅਧਿਐਨ ਕਰਨਾ ਹੋਵੇਗਾ। ਆਰਸੀਈਪੀ ਦੇ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਚੀਨ ਨਾਲ ਵਪਾਰਕ ਘਾਟੇ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਚੀਨ ਨਾਲ ਭਾਰਤ ਦਾ ਵਪਾਰ ਘਾਟਾ ਵੀ ਤੇਜ਼ੀ ਨਾਲ ਵਧਿਆ ਹੈ, ਪਰ ਮਾਹਿਰਾਂ ਦਾ ਮੰਨਣਾ ਇਹ ਵੀ ਹੈ ਕਿ ਜੇਕਰ ਭਾਰਤ ਆਰਸੀਈਪੀ ਵਿੱਚ ਸ਼ਾਮਿਲ ਹੁੰਦਾ ਤਾਂ ਜ਼ਿਆਦਾਤਰ ਟ੍ਰੇਡ ਤੇ 0 ਡਿਊਟੀ ਕਾਰਨ ਇਹ ਘਾਟਾ ਅਸਹਿ ਹੋ ਸਕਦਾ ਸੀ। ਇਸ ਤੋਂ ਇਲਾਵਾ ਤੁਹਾਨੂੰ ਹੋਰ ਪੁਆਇੰਟਸ ਦੱਸ ਦਿੰਦੇ ਹਾਂ ਕਿ ਭਾਰਤ ਦਾ ਇਹ ਸਹੀ ਫੈਸਲਾ ਕਿਵੇਂ ਸੀ। ਪਹਿਲਾ, ਵਪਾਰ ਘਾਟਾ। ਭਾਰਤ ਦਾ ਬਹੁਤ ਸਾਰੇ ਆਰਸੀਈਪੀ ਮੈਂਬਰ ਦੇਸ਼ਾਂ ਨਾਲ ਵਪਾਰਕ ਘਾਟਾ ਹੈ ਅਤੇ ਚਿੰਤਾ ਸੀ ਕਿ ਚੀਨੀ ਵਸਤਾਂ ਨੂੰ ਸਸਤੀਆਂ ਕਰਨ ਲਈ ਆਪਣੇ ਬਾਜ਼ਾਰ ਖੋਲਣ ਨਾਲ ਇਹ ਘਾਟਾ ਹੋਰ ਨਾ ਵੱਧ ਜਾਵੇ। ਦੂਜਾ, ਉਦਯੋਗ ਦੀਆਂ ਚਿੰਤਾਵਾਂ। ਕੁਝ ਭਾਰਤੀ ਉਦਯੋਗਾਂ ਨੂੰ ਚਿੰਤਾ ਸੀ ਕਿ ਕਸਟਮ ਡਿਊਟੀ ਘਟਾਉਣ ਨਾਲ ਭਾਰਤ ਵਿੱਚ ਆਯਾਤ ਦਾ ਹੜ ਆ ਜਾਵੇਗਾ, ਖਾਸ ਕਰਕੇ ਚੀਨ ਤੋਂ। ਤੀਜਾ, ਭੂ-ਰਾਜਨੀਤਿਕ ਚਿੰਤਾਵਾਂ। ਭਾਰਤ ਚੀਨ ਦੀਆਂ ਭੂ-ਰਾਜਨੀਤਿਕ ਅਤੇ ਰਾਜਨੀਤਿਕ ਅਤੇ ਆਰਥਿਕ ਲਾਗਤਾਂ ਨੂੰ ਥੋਪਣ ਵਜੋਂ ਚਿੰਤਿਤ ਸੀ। ਅਣਸੁਲਝੇ ਮੁੱਦੇ। ਭਾਰਤ ਨੇ ਸਮਝੌਤੇ ਤੋਂ ਪਿੱਛੇ ਹਟਣ ਦਾ ਕਾਰਨ ਅਣਸੁਲਝੇ ਮੁੱਖ ਹਿੱਤ ਮੁੱਦਿਆਂ ਦਾ ਹਵਾਲਾ ਵੀ ਦਿੱਤਾ ਗਿਆ ਸੀ। ਮਾਰਕੀਟ ਪਹੁੰਚ ਦੀ ਘਾਟ। ਭਾਰਤ ਨੂੰ ਚਿੰਤਾ ਸੀ ਕਿ ਉਸ ਕੋਲ ਦੂਜੇ ਆਰਸੀਈਪੀ ਦੇਸ਼ਾਂ ਵਿੱਚ ਆਪਣੇ ਉਤਪਾਦਾਂ ਲਈ ਮਾਰਕੀਟ ਪਹੁੰਚ ਨਹੀਂ ਹੋਵੇਗੀ। ਇਸ ਦਾ ਮਤਲਬ ਸਾਫ਼ ਹੀ ਦਿਸਦਾ ਹੈ ਕਿ ਭਾਰਤ ਨੇ ਆਰਸੀਈਪੀ ਵਿੱਚ ਸ਼ਾਮਿਲ ਨਾ ਹੋ ਕੇ ਇੱਕ ਵੱਡਾ ਕਦਮ ਚੁੱਕਿਆ ਹੈ ਜੋ ਕਿ ਦੇਸ਼ ਦੇ ਵਪਾਰ ਲਈ ਲਾਭਦਾਇਕ ਹੋ ਸਕੇਗਾ ਤੇ ਇਸ ਨਾਲ ਭਾਰਤ ਨੂੰ ਆਪਣੇ ਮਿਸ਼ਨ ਵੱਲ ਤੇਜ਼ੀ ਨਾਲ ਅੱਗੇ ਵਧਣ ਲਈ ਬਾਕੀ ਬਚੇ ਆਰਸੀਈਪੀ ਦੇਸ਼ਾਂ ਦੇ ਤਜਰਬਿਆਂ ਦੀ ਰੋਸ਼ਨੀ ਵਿੱਚ ਇੱਕ ਢੁਕਵੀਂ ਉਦਯੋਗਿਕ ਨੀਤੀ ਬਣਾਉਣ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੇ ਨਾਲ ਹੀ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਹੈ। ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਏਦਾਂ ਦੀ ਹੀ ਹੋਰ ਜਾਣਕਾਰੀ ਅਸੀਂ ਤੁਹਾਡੇ ਨਾਲ ਨਿਤਮ ਪੰਜਾਬੀ ਤੇ ਸਾਂਝੀ ਕਰਦੇ ਰਹਾਂਗੇ। ਧੰਨਵਾਦ।